ਬੇਟਾ ਆਪਾਂ ਪੰਜਾਬ ਅਚੀਵਮੈਂਟ ਸਰਵੇ ਅਤੇ ਨੈਸ਼ਨਲ ਅਚੀਵਮੈਂਟ ਸਰਵੇ ਦੀ ਤਿਆਰੀ ਵਾਸਤੇ ਅਤੇ ਆਪਣੇ ਬੋਰਡ ਐਗਜ਼ਾਮ ਦੀ ਤਿਆਰੀ ਵਾਸਤੇ ਵੀ 10ਵੀਂ ਕਲਾਸ ਦਾ ਅਧਿਆਇ 2 ਦੇ 1 ਨੰਬਰ ਵਾਲੇ ਸਵਾਲ MCQs ਦੇ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਹਾਂ। ਧਿਆਨ ਨਾਲ ਸੁਣਨਾ ਹੈ, ਪੂਰੇ ਧਿਆਨ ਨਾਲ ਵੀਡੀਓ ਨੂੰ ਦੇਖਣਾ ਹੈ, ਸਮਝਣਾ ਹੈ ਅਤੇ ਉਸ ਤੋਂ ਬਾਅਦ ਸਵਾਲਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਵੀ ਆਪ ਹੀ ਕਰਨੀ ਹੈ। ਪਹਿਲਾਂ ਚੰਗੀ ਤਰ੍ਹਾਂ ਸਮਝੋ ਕਿ ਤੁਹਾਨੂੰ ਸਵਾਲ ਕਿਸ ਤਰੀਕੇ ਦੇ ਇੱਕ ਨੰਬਰ ਦੇ ਵਿੱਚ ਆ ਸਕਦੇ ਨੇ ਅਤੇ ਤੁਸੀਂ ਕਿਸ ਤਰੀਕੇ ਨਾਲ ਉਸ ਨੂੰ ਹੱਲ ਕਰਨਾ ਹੈ। ਜਿਵੇਂ ਪਹਿਲਾ ਸਵਾਲ ਹੈ, ਗ੍ਰਾਫ ਦੁਆਰਾ ਦਰਸਾਏ ਗਏ ਬਹੁਪਦਾਂ ਦੇ ਸ਼ਿਫਰਾਂ ਦੀ ਗਿਣਤੀ ਪਤਾ ਕਰੋ। ਦ ਨੰਬਰ ਆਫ ਜ਼ੀਰੋਜ਼ ਆਫ ਦ ਪੋਲੀਨੋਮੀਅਲ ਰਿਪਰੈਜ਼ੈਂਟਡ ਬਾਈ ਦ ਗ੍ਰਾਫ। ਹੁਣ ਤੁਹਾਨੂੰ ਗ੍ਰਾਫ ਦਿੱਤਾ ਹੋਏਗਾ, ਤੁਸੀਂ ਦੇਖੋ ਇਹ ਗ੍ਰਾਫ ਤੁਹਾਡਾ x ਤੋਂ ਰੇ ਨੂੰ ਕਿੰਨੀ ਵਾਰ ਟੱਚ ਕਰ ਰਿਹਾ। ਦੇਖੋ ਇਹ ਲਾਈਨ ਜਾਰੀ ਦਿਖ ਰਹੀ ਹੈ ਤੁਹਾਨੂੰ, ਦੇਖੋ ਇੱਕ ਵਾਰੀ, ਫਿਰ 2 ਵਾਰੀ, ਫਿਰ 3 ਵਾਰੀ। ਇਹਦਾ ਮਤਲਬ ਤੁਹਾਡੇ ਕੋਲ ਸ਼ਿਫਰਾਂ ਦੀ ਗਿਣਤੀ ਕਿੰਨੀ ਹੋਏਗੀ? 3 ਹੋਏਗੀ। ਅਤੇ ਇਸ ਕਰਕੇ ਤੁਹਾਡਾ ਆਨਸਰ 3 ਆਇਆ ਹੈ ਬੇਟਾ। ਉਮੀਦ ਕਰਨਾ ਕਿ ਤੁਹਾਨੂੰ ਸਮਝ ਆ ਰਹੀ ਹੋਏਗੀ। ਕੁਝ ਸਵਾਲਾਂ ਨੂੰ ਲਿਖ ਕੇ ਕਰਨ ਦੀ ਲੋੜ ਨਹੀਂ ਹੁੰਦੀ, ਉਹ ਦੇਖ ਕੇ ਹੀ ਸਾਨੂੰ ਆਨਸਰ ਮਿਲ ਜਾਂਦੇ ਨੇ। ਇਵੇਂ ਦੂਜਾ ਸਵਾਲ ਹੈ, ਇਹਨਾਂ ਵਿੱਚੋਂ ਕਿਹੜਾ ਬਹੁਪਦੀ ਦਾ ਇੱਕ ਸ਼ਿਫਰ ਹੈ? ਚਾਰਾਂ ਦੇ ਵਿੱਚੋਂ ਇਸ ਬਹੁਪਦੀ ਦਾ ਸ਼ਿਫਰ ਲੱਭਣਾ ਹੈ ਬੇਟਾ, ਇਸ ਕਰਕੇ ਇਸ ਨੂੰ ਇਹਦੇ ਵਿੱਚ ਭਰ ਕੇ ਦੇਖਣਾ ਹੋਏਗਾ। ਹੁਣ ਕਿੱਦਾਂ ਕਰਾਂਗੇ? ਧਿਆਨ ਨਾਲ ਦੇਖੋ ਸਾਰੇ। ਅਸੀਂ ਆਪਣੀ ਸਮੀਕਰਨ x ਦੀ ਘਾਤ 5 ਮਾਈਨਸ x ਦੀ ਘਾਤ 3 ਜਮਾ 2x ਅਤੇ ਮਾਈਨਸ 2 ਦੇ ਵਿੱਚ ਪਹਿਲਾਂ x ਨੂੰ 1 ਭਰਦੇ ਹਾਂ। 1 ਭਰਨ ਦਾ ਮਤਲਬ ਹੈ ਸਿਰਫ 1 ਲਿਖੀ ਜਾਣਾ। 2 ਏਕਮ 2 ਮਾਈਨਸ 2, 1 ਨਾਲ 1 ਕੱਟ ਗਿਆ, 2 ਨਾਲ 2 ਕੱਟ ਗਿਆ, ਸਾਡੇ ਕੋਲ 0 ਆ ਗਿਆ ਨਾ। ਅਤੇ ਜੇਕਰ ਸਾਡੇ ਕੋਲ 0 ਆ ਗਿਆ ਤਾਂ ਇਹੀ ਸਾਡਾ ਆਨਸਰ ਹੈ ਬੇਟਾ, ਅੱਗੇ ਭਰਨਾ ਹੀ ਨਹੀਂ, ਕੁਛ ਨਹੀਂ। ਜੇਕਰ ਸਾਡੇ ਕੋਲ ਆਨਸਰ 0 ਨਾ ਆਉਂਦਾ ਫਿਰ ਅਸੀਂ -1 ਭਰਦੇ, ਫਿਰ ਨਾ ਆਉਂਦਾ ਤਾਂ 2 ਭਰਦੇ। ਜਦੋਂ ਤੁਹਾਨੂੰ 0 ਮਿਲ ਗਿਆ ਇਹਦਾ ਮਤਲਬ ਸ਼ਿਫਰ ਤੁਹਾਨੂੰ ਲੱਭ ਚੁੱਕਾ ਹੈ, ਅੱਗੇ ਭਰਨ ਦੀ ਲੋੜ ਨਹੀਂ ਹੈ। ਇਸ ਕਰਕੇ ਸਾਡਾ ਆਨਸਰ 1 ਹੋਵੇਗਾ। ਯਾਦ ਕਰ ਰੱਖਣਾ ਹੈ ਕਿ ਕੋਈ ਵੀ ਬਹੁਪਦ ਦਾ ਸ਼ਿਫਰ ਹੇਠਾਂ ਵਿੱਚੋਂ ਕੋਈ ਵੀ ਇੱਕ ਕਦੋਂ ਹੁੰਦਾ ਹੈ? ਜਦੋਂ ਉਹ ਵੈਲਿਊ ਇਹਦੇ ਵਿੱਚ ਭਰਨ ਤੋਂ ਬਾਅਦ 0 ਆਨਸਰ ਆਉਂਦਾ ਹੈ। ਠੀਕ ਹੈ ਬੇਟਾ। ਅਗਲਾ ਸਵਾਲ ਦੇਖੋ, ਚੌਥਾ ਸਵਾਲ। ਚੌਥੇ ਸਵਾਲ ਵਿੱਚ ਸਾਨੂੰ ਕੀ ਕਿਹਾ ਗਿਆ ਹੈ? ਬਹੁਪਦ ਦੇ ਸ਼ਿਫਰਾਂ ਦਾ ਗੁਣਨਫਲ। ਯਾਦ ਹੋਏਗਾ ਤੁਹਾਨੂੰ, ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜੋ ਗੁਣਨਫਲ ਹੁੰਦਾ ਹੈ ਉਸਦਾ ਫਾਰਮੂਲਾ C/A ਹੁੰਦਾ ਹੈ ਬੇਟਾ। C/A B/A ਜੋੜਫਲ ਹੁੰਦਾ ਸੀਗਾ। ਇਹਦਾ ਮਤਲਬ ਤੁਹਾਡੇ ਕੋਲ ਆਨਸਰ ਕੀ ਆਏਗਾ? 1/2। ਗੁਣਨਫਲ ਕਿੰਨਾ ਆਏਗਾ? 1/2। ਦੇਖੋ ਕਿੱਥੇ ਹੈ? ਤੀਜਾ ਆਨਸਰ ਤੁਹਾਡਾ ਰਾਈਟ ਆਨਸਰ ਹੋਏਗਾ। ਪੰਜਵਾਂ ਕੁਐਸਚਨ ਦੇਖੋ ਬੇਟਾ। ਫਿਰ ਉਹੀ ਦੀਆਂ ਸ਼ਿਫਰਾਂ ਦੀ ਗਿਣਤੀ ਪਤਾ ਕਰਨੀ ਹੈ, ਨੰਬਰ ਆਫ ਜ਼ੀਰੋਜ਼। ਤਾਂ ਤੁਸੀਂ ਦੇਖੋ 1 2 3 ਅਤੇ 4 ਵਾਰੀ ਸਾਡੇ ਗ੍ਰਾਫ 'ਤੇ ਟੱਚ ਹੋ ਰਿਹਾ x ਤੋਂ ਰੇ ਨੂੰ, ਇਸ ਕਰਕੇ ਸਾਡਾ ਆਨਸਰ 4 ਸ਼ਿਫਰਾਂ ਹੋਣਗੀਆਂ। 2 ਘਾਤੀ ਬਹੁਪਦ ਦੀਆਂ ਸ਼ਿਫਰਾਂ 3 ਅਤੇ 4 ਹਨ ਤਾਂ ਉਹ ਬਹੁਪਦ ਕੀ ਹੋਵੇਗੀ? ਤੁਹਾਨੂੰ ਮੈਂ ਦੱਸਿਆ ਸੀਗਾ ਕਿ ਜਦੋਂ ਵੀ ਤੁਹਾਨੂੰ ਸ਼ਿਫਰਾਂ ਦਿੱਤੀਆਂ ਨੇ ਤਾਂ ਸਭ ਤੋਂ ਪਹਿਲਾਂ ਤੁਸੀਂ ਕੀ ਪਤਾ ਕਰਨਾ ਹੈ? ਅਲਫਾ ਅਤੇ ਬੀਟਾ ਦਾ ਜੋੜ, ਮਤਲਬ S ਪਤਾ ਕਰਨਾ ਹੈ। S ਨੂੰ ਕੀ ਕਹਿੰਦੇ ਅਸੀਂ? ਜੋੜਫਲ। 3 ਅਤੇ 4 ਨੂੰ ਜੋੜੋ, 7, ਬਿਲਕੁਲ ਠੀਕ। ਫਿਰ ਤੁਸੀਂ P ਪਤਾ ਕਰਨਾ ਹੈ, ਮਤਲਬ ਅਲਫਾ ਅਤੇ ਬੀਟਾ ਦਾ ਗੁਣਾ, ਮਤਲਬ ਗੁਣਨਫਲ। 3 ਚੌਕੇ 12 ਅਤੇ ਤੁਹਾਡੀ ਸਮੀਕਰਨ ਮੈਂ ਯਾਦ ਕਰਾਈ ਸੀ ਤੁਹਾਨੂੰ, x ਦੀ ਘਾਤ 2 ਮਾਈਨਸ SX ਜਮਾ P। ਇਹ ਫਾਰਮੂਲਾ ਤੁਸੀਂ ਯਾਦ ਰੱਖਣਾ ਹੈ, ਜਿਹਦੇ ਵਿੱਚ ਤੁਸੀਂ S ਅਤੇ P ਦੀ ਵੈਲਿਊ ਨੂੰ ਭਰਨਾ ਹੁੰਦਾ ਹੈ। x ਦੀ ਘਾਤ 2 ਮਾਈਨਸ S ਹੈਗਾ 7 ਅਤੇ P ਹੈਗਾ 12, ਬਾਕੀ ਸਾਰਾ ਸੇਮ ਬਤਾ ਦੇਣਾ ਹੈ। ਅਤੇ x ਦੀ ਘਾਤ 2 ਮਾਈਨਸ 7x ਜਮਾ 12, x ਦੀ ਘਾਤ 2 ਮਾਈਨਸ 7x ਜਮਾ 12 ਤੁਹਾਡਾ ਪਹਿਲਾ ਹੀ ਆਪਸ਼ਨ ਸਹੀ ਆਨਸਰ ਹੋਵੇਗਾ। ਉਮੀਦ ਕਰਨਾ ਕਿ ਤੁਹਾਨੂੰ ਸਮਝ ਆ ਰਿਹਾ ਹੋਵੇਗਾ ਕਿ ਕਿਸ ਤਰੀਕੇ ਨਾਲ ਅਸੀਂ ਐਗਜ਼ਾਮ ਦੇ ਵਿੱਚ ਸ਼ਾਰਟ ਮੈਥਡ ਦੇ ਨਾਲ ਕੁਐਸਚਨ ਨੂੰ ਸੋਲਵ ਕਰਨਾ ਹੈ, ਤਾਂ ਜੋ ਸਮਾਂ ਵੀ ਘੱਟ ਲੱਗੇ ਅਤੇ ਕੁਐਸਚਨ ਵੀ ਕੰਪਲੀਟ ਹੋ ਜਾਵੇ। ਅਗਲਾ ਸਵਾਲ ਦੇਖੋ, 7ਵਾਂ। 2 ਘਾਤੀ ਬਹੁਪਦ ਦੇ ਸ਼ਿਫਰ ਦੋਵੇਂ ਧਨਾਤਮਕ ਹਨ, ਦੋਵੇਂ ਰਿਣਾਤਮਕ ਹਨ, ਇੱਕ ਧਨਾਤਮਕ ਅਤੇ ਇੱਕ ਰਿਣਾਤਮਕ ਹਨ, ਜਾਂ ਦੋਨੋਂ ਉਲਟ ਚਿੰਨ੍ਹ ਵਾਲੇ ਹਨ। ਧਿਆਨ ਨਾਲ ਦੇਖਣਾ ਕਿੱਦਾਂ ਪਤਾ ਲੱਗੇਗਾ। ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਦੋਂ ਅਸੀਂ ਜੋੜਫਲ ਪਤਾ ਕਰਨਾ ਹੁੰਦਾ ਹੈ ਤਾਂ ਦੂਜੀ ਬਟਾ ਪਹਿਲੀ ਹੁੰਦੀ ਹੈ। ਅਤੇ ਹੁਣ ਦੱਸੋ ਜੋੜਫਲ ਕਿੰਨਾ ਹੈ? ਸਮ S ਕਿੰਨਾ ਹੈ? -15/3। ਯਾਦ ਰੱਖਣਾ ਕਿ ਜੋੜਫਲ ਦੇ ਵਿੱਚ ਸਾਈਨ ਚੇਂਜ ਕਰਨਾ ਹੁੰਦਾ ਹੈ ਅਤੇ P ਗੁਣਨਫਲ ਦੇ ਵਿੱਚ ਜੋ ਹੈ ਉਹੀ ਰਹੇਗਾ, 12/3। ਹੁਣ ਤੁਸੀਂ ਧਿਆਨ ਨਾਲ ਦੇਖੋ, 2 ਰਕਮਾਂ ਨੇ ਅਲਫਾ ਅਤੇ ਬੀਟਾ, ਜਿਨ੍ਹਾਂ ਦਾ ਜੋੜ ਜਿਹੜਾ ਤੁਹਾਡੇ ਕੋਲ ਹੈ ਨੈਗੇਟਿਵ ਆ ਰਿਹਾ ਹੈ ਅਤੇ ਜਿਨ੍ਹਾਂ ਦਾ ਗੁਣਨਫਲ ਤੁਹਾਡੇ ਕੋਲ ਪੋਜ਼ੀਟਿਵ ਆ ਰਿਹਾ ਹੈ। ਨੈਗੇਟਿਵ ਪੋਜ਼ੀਟਿਵ ਸਮਝਦੇ ਹੋ ਨਾ? ਨੈਗੇਟਿਵ ਮਤਲਬ ਰਿਣਾਤਮਕ, ਪੋਜ਼ੀਟਿਵ ਮਤਲਬ ਧਨਾਤਮਕ।
ਹੁਣ ਦੋ ਰਕਮਾਂ ਨੂੰ ਜੋੜ ਕੇ ਮਾਈਨਸ ਵਿੱਚ ਆंसर ਆਵੇ ਤੇ ਗੁਣਾ ਕਰਕੇ ਪਲੱਸ ਵਿੱਚ ਆਵੇ ਤਾਂ ਹੀ ਪੋਸੀਬਲ ਹੈ ਜੇ ਦੋਨੇ ਮਾਈਨਸ ਵਿੱਚ ਹੋਣ, ਨਹੀਂ ਤਾਂ ਨਹੀਂ ਹੋ ਸਕਦਾ। -3 ਤੇ -5 ਨੂੰ ਅਸੀਂ ਜੋੜ ਕੇ -8 ਲਿਖਦੇ ਹਾਂ ਤੇ -3 ਤੇ -5 ਨੂੰ ਗੁਣਾ ਕਰਕੇ ਅਸੀਂ 15 ਲਿਖਦੇ ਹਾਂ ਪਲੱਸ ਦੇ। ਇਹਦਾ ਮਤਲਬ ਦੋਵੇਂ ਰਕਮਾਂ ਮਾਈਨਸ ਦੀਆਂ ਹੋਣਗੀਆਂ, ਦੋਵੇਂ ਧਨਾਤਮਕ ਜਾਂ ਦੋਵੇਂ ऋणात्मक ਹੋਣਗੀਆਂ ਤਾਂ ਹੀ ਸਾਡੇ ਕੋਲ ਜੋੜਫਲ ਮਾਈਨਸ ਵਿੱਚ ਤੇ ਗੁਣਨਫਲ प्लस विच आ सकता है। इस तरह असी सोचना है कि किस तरह साडे जिहड़े सवाल के आंसर ने असी इनू हल करना नहीं पै जाना कि असी इहदी गुणनखंड विधि लगाइए जां इसते दो घाती सूत्र लगाइए, लोड़ ही नहीं। असी सम ऑफ जीरोज़ ते प्रोडक्ट ऑफ जीरोज़ तो ही पता लगा सकते हैं कि साडे कोल जिहड़े दोने आंसर ने वो प्लस के होणगे, दोने माइनस के होणगे जां वखरे वखरे होणगे। इस तरीके नाल असी पता लगा सकते हैं। अगला सवाल देखो, अगला सवाल बेटा दिता है कि तीन घाती बहुपद दियां शिफरां दे विचों एक शिफर 0 है तो बाकी दो शिफरां का गुणनफल पता करना है। बेटा ध्यान नाल देखना है। बेटा जे असीं मान लीए कि अल्फा बीटा गामा इसके शिफर ने तो तुहानूं याद होएगा मैं तुहानूं फॉर्मूले समझाए सीगे कि अल्फा जमा बीटा जमा गामा पहला फार्मूला है, फिर अल्फा बीटा जमा बीटा गामा अल्फा दूजा फार्मूला होंदा है तो अल्फा बीटा गामा तीजा फार्मूला होंदा है। याद किद्दां करना है? दूजी बटा पहली मतलब माइनस बी बटा ए साइन चेंज करना होंदा है, तीजी नाल पहली तो कोई साइन चेंज नहीं करना, सी बटा ए, फिर चौथी बटा पहली मतलब डी बटा ए पर साइन चेंज करना है। ये तुहाडे कोल तीन फार्मूले होंदे ने तीन घाती बहुपद दे। उसने कहा कि कोई एक शिफर 0 है, मान लो कि अल्फा 0 है। हुण तुसीं दूजी समीकरण दे विच इस अल्फा नूं 0 भर देना है। अल्फा 0 हो गया, ये सारा 0, ये भी सारा 0, की बच गया बीटा गामा जिहड़ा है सी बटा ए के बराबर आ गया है। यदा मतलब तुहाडा आंसर की होएगा सी बटा ए। ध्यान रखना बेटा मोस्टली बच्चे 0 नूं आंसर टिक करते हैं, 0 नहीं करना है। उसने सानू कहा कि एक शिफर 0 है तो बाकी दो का गुणनफल पता करना है। तो असीं दूजे फार्मूले दे विच अल्फा नूं 0 भर के वैल्यू कड्ढी है। अगला सवाल देखो, बहुपद 3x जमा 6 का शिफर किसी भी रकम का किसी भी बहुपद का शिफर पता करना होवे असी उसनूं बराबर 0 रख देने हाँ। 6 प्लस का उधर भेजो, माइनस का हो गया है तो x पता करने लिए -6 बटा 3 कट्टांगे तो साडे कोल -2 प्राप्त होया है। साडा आंसर ए होवेगा। 10वां सवाल देखो बड़ा ध्यान नाल, जे बहुपद दे शिफर 3 माइनस वर्गमूल 5 ते 3 जमा वर्गमूल 5 होण तां बहुपद पता करनी है। तुहानूं मैं दस्सिया सीगा शिफर दित्ते होण तो सब तो पहला असीं एस पता करते हैं। एस विच दोनों नूं जोड़िया जांदा है, 3 माइनस वर्गमूल 5 जमा 3 प्लस वर्गमूल 5 कट्टे गए तो तुहाडे कोल एस आ गया है 6 ते पी तुहाडे कोल आएगा गुणा 3 माइनस वर्गमूल 5 ते 3 माइनस वर्गमूल 5। ए प्लस ए माइनस बी ए प्लस बी का फार्मूला होंदा है ए की घात 2 माइनस बी की घात 2। तुहाडे कोल 9 माइनस 5 मतलब 4 आ गया है। फार्मूला होंदा है एक्स की 2 माइनस एस एक्स जमा पी तो बाहर के भी लगा होंदा है। बेटा जेकर उसने के लगाया है तो के वाला ही आंसर मन्निया जाना चाहिए है। एस तुहाडे कोल 6 आया है, पी तुहाडे कोल 4 आया है। तुसीं देख सकते हो तुहाडा दूजा आंसर बिल्कुल सही आंसर होगा। के वाला आंसर ही टिक करना है जेकर तुहाडे आंसर दे विच के लगा है, जे ना लगा हुंदा तो फिर असीं बगैर के वाले नूं भी टिक कर सकते सन। 11वां सवाल देखो बेटा, एक दो घाती बहुपद जिसके शिफरां का जोड़फल बेटा हुण जोड़फल एस तुहानूं दिता गया है 3/2 तो गुणनफल पी दिता गया है 1/2। एस ते पी कट दिते ने, हुण कटने नहीं तो समीकरण तुहानूं याद होएगी असीं लिखी सी एक्स की 2 माइनस एस एक्स जमा पी मतलब एक्स की घात 2 माइनस 3/2 एक्स प्लस 1/2। तो हुण जेकर आपां ध्यान नाल देखीए कि 2 इत्थों हटाना होवे तो जिहदे कोल 2 नहीं है उहदे कोल 2 चल जाता है ना। तो फिर की लिखांगे 2x की 2 इत्थों 2 उधर जा चुका है, इस करके माइनस दे 3x कल्ले रह गए, इधरों भी 2 उधर जा चुका है तो प्लस का 1 रह गया। तो ये तुहाडी समीकरण बननी चाहिए है 2x की 2 माइनस 3x जमा 1। हुण इसी सवाल नूं किसी होर तरीके नाल हल करना होवे तुहानूं दस्सिया जोड़फल 3/2 है। देखो जरा मैं तुहानूं दस्सिया सी इहदा जोड़फल किद्दां पता करते हैं। जोड़फल पता करने लिए असीं साइन चेंज करनी है। इहदा आंसर आएगा -3/2 जबकि साडे कोल प्लस दे 3/2 है, ये कट गया। इहदा प्लस दे 3/2 आएगा बिल्कुल सही, पर इहदा गुणनफल -1/2 आ रहा है क्योंकि गुणनफल का साइन चेंज नहीं होंदा, मतलब इत्थे 1/2 है, ये भी कटिया गया।
ਇਹਦਾ ਜੋੜਫਲ 3/2 ਗੁਣਨਫਲ 1/2 ਬਿਲਕੁਲ ਸਹੀ ਆਪਸ਼ਨ ਹੈ। ਇਸ ਤਰੀਕੇ ਨਾਲ ਵੀ ਤੁਸੀਂ ਟਿਕ ਕਰ ਸਕਦੇ ਹੋ ਤੇ ਇਸ ਤਰੀਕੇ ਨਾਲ ਵੀ ਤੁਸੀਂ ਪਤਾ ਲਗਾ ਸਕਦੇ ਹੋ। 12ਵਾਂ ਸਵਾਲ ਦੇਖੋ। ਹੁਣ 12ਵੇਂ ਸਵਾਲ ਵਿੱਚ ਸਾਨੂੰ ਜਿਹੜੀ ਬਹੁਪਦ ਦਿੱਤੀ ਗਈ ਹੈ ਉਹ ਹੈ x ਦੀ ਘਾਤ 2 ਮਾਈਨਸ 2x, ਅੱਗੇ ਤੀਜੀ ਰਕਮ 0 ਹੈ ਬੇਟਾ, ਹੈ ਨਹੀਂ ਨਾ ਇੱਥੇ। ਹੁਣ ਗੁਣਨਫਲ ਤਾਂ ਤੁਹਾਨੂੰ ਯਾਦ ਹੀ ਹੋਗਾ ਕਿ ਤੀਜੀ ਰਕਮ ਨਾਲ ਪਹਿਲੀ ਰਕਮ ਲਿਖਦੇ ਹਾਂ, ਇਹਦਾ 0, ਸਾਡਾ ਗੁਣਨਫਲ 0 ਹੋਵੇਗਾ। ਇਸ ਗੱਲ ਦਾ ਧਿਆਨ ਰੱਖਣਾ ਹੈ ਤੁਸੀਂ। ਜੇ ਅਲਫਾ ਬੀਟਾ ਬਹੁਪਦ ਦੇ ਸਿਫਰ ਹੋਣ ਤਾਂ ਇਸ ਦਾ ਮੁੱਲ ਪਤਾ ਕਰਨਾ। ਹੁਣ ਇਹ ਧਿਆਨ ਨਾਲ ਦੇਖਣਾ ਬੇਟਾ ਸਵਾਲ ਸਾਰੇ। ਸਾਨੂੰ ਬਹੁਪਦ ਦਿੱਤੀ ਗਈ ਹੈ x ਦੀ 2 ਮਾਈਨਸ 6x ਜਮਾ 2, ਤਾਂ ਅਲਫਾ ਜਮਾ ਬੀਟਾ ਦੀ ਵੈਲਿਊ ਕਿੰਨੀ ਹੋਏਗੀ? ਤੁਹਾਨੂੰ ਮੈਂ ਦੱਸਿਆ ਦੂਜੀ ਰਕਮ ਬਟਾ ਪਹਿਲੀ ਰਕਮ ਤੇ ਸਾਈਨ ਚੇਂਜ 6, ਕਿਉਂਕਿ ਇੱਥੇ 1 ਹੈ, ਤੇ ਅਲਫਾ ਤੇ ਬੀਟਾ ਦਾ ਗੁਣਨਫਲ ਕਿੰਨਾ ਹੋਏਗਾ? ਸੇਮ ਰਕਮ 2/1 2। ਹੁਣ ਅਸੀਂ ਪਤਾ ਕੀ ਕਰਨਾ ਹੈ, 2 ਅਲਫਾ ਜਮਾ ਬੀਟਾ ਜਮਾ 3 ਅਲਫਾ ਬੀਟਾ। 2 ਅਲਫਾ ਜਮਾ ਬੀਟਾ ਦੀ ਵੈਲਿਊ ਸਾਡੇ ਕੋਲ 6 ਆਈ ਹੈ ਤੇ ਅਲਫਾ ਬੀਟਾ ਦੀ ਵੈਲਿਊ ਸਾਡੇ ਕੋਲ 2 ਆਈ ਹੈ। 6 दूनी 12, 3 दूनी 6, 12 ਤੇ 6 ਸਾਡੇ ਕੋਲ ਕਿੰਨੇ ਆ ਗਏ ਨੇ? 18। ਤੇ ਇਹ ਸਾਡਾ ਇਸ ਸਵਾਲ ਦਾ ਆਨਸਰ ਆ ਚੁੱਕਾ ਹੈ। ਦੇਖੋ ਬਹੁਤ ਹੀ ਸੌਖੇ ਢੰਗ ਨਾਲ ਸਮੀਕਰਨ ਦੇ ਵਿੱਚੋਂ ਅਲਫਾ ਜਮਾ ਬੀਟਾ ਤੇ ਅਲਫਾ ਇੰਟੂ ਬੀਟਾ ਦੀ ਵੈਲਿਊ ਕੱਢਣੀ ਕਿੱਦਾਂ ਹੈ? ਅਲਫਾ ਜਮਾ ਬੀਟਾ ਹੁੰਦਾ ਹੈ ਸਾਈਨ ਚੇਂਜ ਕਰਕੇ ਦੂਜੇ ਬਟਾ ਪਹਿਲਾ, ਤੇ ਅਲਫਾ ਬੀਟਾ ਬਿਨਾਂ ਸਾਈਨ ਚੇਂਜ ਕੀਤੇ ਤੀਜੇ ਬਟਾ ਪਹਿਲਾ। ਬਹੁਤ ਸੌਖਾ ਹੈ। ਅਗਲਾ ਸਵਾਲ ਦੇਖੋ ਧਿਆਨ ਨਾਲ। ਜੇ ਅਲਫਾ ਬੀਟਾ ਬਹੁਪਦ, फिर दोबारा देखो सेम सवाल आ गया है, x की 2 जमा 2x जमा 8, तो अल्फा तो बीटा का जोड़ होएगा, साइन चेंज करना है, प्लस का माइनस दूजी बटा पहला मतलब 2, तो अल्फा बीटा होंदा है तीजे बटा पहला मतलब 8। ਹੁਣ ਅਸੀਂ पता करना है अल्फा की घात -1 जमा बीटा की घात माइनस। तुहानूं पता होएगा जे घात माइनस की हटाइए तो अल्फा थल्ले आ जाता है तो बीटा भी नीचे आ जाता है। किसी की भी घात माइनस विच होवे उसकी माइनस की घात प्लस कदों बनती है? जदों उस रकम नूं असीं हर विच लै जाने हाँ। हुण असीं लघुत्तम लईए तो थल्ले वाले आपस विच गुणा बीटा जमा अल्फा, इसदा मतलब अल्फा जमा बीटा की वैल्यू साडे कोल -2 आई है तो अल्फा बीटा की वैल्यू साडे कोल 8 आई है। तो जे असीं इसनूं 2 दे पड़ते कट्टीए तो 2 एकम 2, 2 चौके 8 मतलब -1/4 तुहाडे इस सवाल का आंसर आता है, जो कि तुहाडे कोल ऑप्शन दूजी हो जाएगी बेटा। 14वां सवाल देखो बेटा ध्यान नाल, कहता जेकर अल्फा बीटा, फिर सवाल सेम सवाल है बेटा, x की घात 2 माइनस 8kx जमा 2x माइनस 3। हूँ ध्यान नाल देखना इस गल का, इस समीकरण को पहले सही ढंग नाल लिखते हैं, x की 2 प्लस x दोनों विचों कॉमन निकल गया। हुण पहला 2 लिखना है फिर -8 के लिखना है। इस गल का ध्यान रखना है क्योंकि असी पहला प्लस लिखा है तो प्लस वाली रकम पहला आएगी, माइनस वाली बाद विच आएगी। हुण अल्फा ते बीटा का जोड़ सानू 0 दिता गया है बेटा, पर अल्फा जमा बीटा हुंदा क्या है? दूजी रकम दा पहली रकम है ना, नाल साइन चेंज भी करना हुंदा है, ठीक है ना। तो -2 - 8 के बराबर 0, -0 को खत्म हो गया, 2 - 8 के बराबर 0, तो 2 आ गया बेटा जी 8 के दे बराबर, तो 2/8 आ गया के दे बराबर, कट के के का मूल तुहाडे कोल आ गया है 1/4, जो कि तीजा आंसर तुहाडा होवेगा। उम्मीद कर रहे हैं तुहानूं समझ आई होगी किस तरह से समीकरण के विचों अल्फा जमा बीटा कढ़िया, लेकिन सवाल विच क्या गया सीगा कि अल्फा जमा बीटा 0 के बराबर है, तो अल्फा जमा बीटा नूं 0 के बराबर रख के असीं के की वैल्यू पता की है। हुण 15वां सवाल देखांगे। 15वें सवाल भी देखो बेटा, फिर वही सवाल है, अल्फा बीटा इस बहुपद का सिफर होवे तो मैं दसो अल्फा जमा बीटा कितना पता करते हैं? दूजी रकम बटा पहली रकम पर साइन चेंज करके, मतलब 2a जमा 3 बटा 1 तो लिखने की लोड़ ही नहीं। तो अल्फा गुणा बीटा कितना पता करते हैं? तीजी रकम बटा पहली रकम, तो इस तरह से पता कर लिया है। हुण सानूं कहा गया है बेटा ध्यान देखियो कि 2 अल्फा जमा बीटा जो है वो अल्फा बीटा के बराबर है, तो 2 अल्फा जमा बीटा की वैल्यू है 2a जमा 3 बराबर a माइनस 3, 4a जमा 3 दूनी 6 बराबर a माइनस 3, 4a दे कोल a नूं भेजता माइनस हो गया, -3 दे कोल प्लस का 6 जाके भी माइनस का हो गया, 3a बराबर माइनस दे 9, तो a आ गया -9/3, तो a की वैल्यू तुहाडे कोल आ गई है -3 बेटा। इस सवाल का आंसर होगा, चौथा आंसर तुहाडा आंसर हो गया। अगला सवाल देखो बेटा, अगला सवाल है कि जी अल्फा ते 1/अल्फा बहुपद 2x की 2 -x - k - 2 के सिफर होण
ਤਾਂ ਕੇ ਦਾ ਮੁੱਲ ਪਤਾ ਕਰੋ। ਯਾਦ ਰੱਖਣਾ ਹੈ ਕਿ ਦੇਖੋ ਹੁਣ ਅਲਫਾ ਤੇ ਬੀਟਾ ਦੀ ਥਾਂ 1/, ਅਲਫਾ ਆ ਗਿਆ ਨਾ, ਸਵਾਲ ਉਹੀ ਹੈ। ਤਰੀਕਾ ਉਸੇ ਤਰੀਕੇ ਨਾਲ ਸਵਾਲ ਨੂੰ ਹੱਲ ਕਰਾਂਗੇ ਆਪਾਂ। ਹੁਣ ਅਲਫਾ ਹੈ ਤੇ ਬੀਟੇ ਦੀ ਥਾਂ 1/, ਅਲਫਾ ਹੈ। ਦਾ ਜੋੜਫਲ ਪਤਾ ਕਰਦੇ ਹਾਂ ਤਾਂ ਕਿੱਦਾਂ ਪਤਾ ਕਰਦੇ ਹਾਂ? ਦੂਜੀ ਰਕਮ ਬਟਾ ਪਹਿਲੀ ਰਕਮ, ਸਾਈਨ ਚੇਂਜ ਕਰਕੇ 1/2। ਤੇ ਅਲਫਾ ਹੈ ਤੇ 1/, ਅਲਫਾ ਮਤਲਬ ਬੀਟੇ ਦੀ ਥਾਂ 1/, ਅਲਫਾ ਆ ਗਿਆ ਨਾ। ਅਲਫਾ ਤੇ 1/, ਅਲਫਾ ਦਾ ਗੁਣਨਫਲ ਕਿੱਦਾਂ ਪਤਾ ਕਰਦੇ ਹਾਂ? ਤੀਜੀ ਬਟਾ ਪਹਿਲੀ ਮਤਲਬ -k - 2/2। ਹੁਣ ਅਸੀਂ ਦੇਖਣਾ ਦੋਨਾਂ ਦੇ ਵਿੱਚੋਂ ਸਾਨੂੰ ਬੈਨੀਫਿਟ ਕਿੱਥੋਂ ਮਿਲ ਰਿਹਾ, ਆਨਸਰ ਕਿੱਥੋਂ ਮਿਲ ਰਿਹਾ। ਅਲਫਾ ਤੇ ਅਲਫਾ ਆਪਸ 'ਚ ਕੱਟੇ ਗਏ ਨੇ, 1 ਬਚ ਗਿਆ, 2 ਉੱਪਰ ਚਲਾ ਗਿਆ, 2 ਬਰਾਬਰ ਆ ਗਿਆ ਜੀ -k + 2 ਦੇ। ਤੇ ਇਹ +2 ਦਾ ਜਾ ਕੇ ਮਾਈਨਸ ਹੋ ਗਿਆ, 2 ਦੇ ਵਿੱਚੋਂ 2 ਘਟਾਏ ਤਾਂ ਸਾਡੇ ਕੋਲ k ਦਾ ਮੁੱਲ 0 ਆ ਗਿਆ ਬੇਟਾ ਜੀ। ਤੇ ਸਾਨੂੰ ਇਸ ਦੀ ਕੋਈ ਲੋੜ ਨਹੀਂ ਪਈ, ਇਸ ਤੋਂ ਹੀ ਸਾਡਾ ਆਨਸਰ ਆ ਗਿਆ ਹੈ। ਇਸ ਕਰਕੇ ਯਾਦ ਰੱਖਣਾ ਹੈ ਕਿ ਜਦੋਂ ਵੀ ਤੁਹਾਡੇ ਕੋਲ ਜਿਹੜੇ ਸਿਫਰ ਨੇ ਇੱਕ ਦੂਜੇ ਦੇ ਉਲਟ ਨੇ ਤਾਂ ਹਮੇਸ਼ਾ ਗੁਣਨਫਲ ਰਾਹੀਂ ਤੁਹਾਡਾ ਆਨਸਰ ਆਉਂਦਾ ਹੈ। 17ਵਾਂ ਸਵਾਲ ਦੇਖੋ, ਜੇ -2 ਬਹੁਪਦ ਦਾ ਸਿਫਰ ਹੋਵੇ, ਮੈਂ ਤੁਹਾਨੂੰ ਦੱਸਿਆ ਸੀ ਨਾ ਜੇ -2 ਇਸ ਦਾ ਸਿਫਰ ਕਿਉਂ ਹੁੰਦਾ ਹੈ, ਕਦੋਂ ਹੁੰਦਾ ਹੈ? ਜਦੋਂ -2 ਇਹਦੇ ਵਿੱਚ ਭਰੀਏ ਤਾਂ 0 ਆਉਂਦਾ ਹੈ। ਤੇ ਤੁਸੀਂ ਇਸ ਸਮੀਕਰਨ ਦੇ ਵਿੱਚ ਜਿੱਥੇ ਜਿੱਥੇ x ਹੈ ਉੱਥੇ 2 ਭਰ ਦੇਣਾ ਹੈ, -2 ਧਿਆਨ ਨਾਲ ਦੇਖੋਗੇ ਸਾਰੇ, ਤੇ 0 ਦੇ ਬਰਾਬਰ ਰੱਖ ਦੇਣਾ ਹੈ ਇਹਨੂੰ। 2 ਬ੍ਰੈਕਟ ਦੇ ਵਿੱਚ -2 ਦੀ ਘਾਤ 2 -3 ਬ੍ਰੈਕਟ ਵਿੱਚ -2 -5k + 4 ਬਰਾਬਰ 0। -2 ਕਿੰਨੀ ਵਾਰ ਲਿਖਾਂਗੇ? 2 ਵਾਰੀ, ਘਾਤ 2 ਸੀਗੀ, 3 ਦੂਣੀ 6 ਮਾਈਨਸ ਬ੍ਰੈਕਟ ਖੋਲੀ ਤਾਂ ਮਾਈਨਸ ਤੇ 5k -4 ਬਰਾਬਰ 0। 2 ਦੂਣੀ 4 ਦੂਣੀ 8, 2 ਮਾਈਨਸ ਪਲੱਸ ਬਣ ਗਏ 8 + 6 -5k -4 ਬਰਾਬਰ 0। 8 ਤੇ 6 14, 14 ਦੇ ਵਿੱਚੋਂ 4 ਗਏ 10, 5k ਨੂੰ ਸੱਜੇ ਹੱਥ ਭੇਜਿਆ ਗਿਆ, ਪਲੱਸ ਦਾ ਹੋ ਗਿਆ, 10 ਨਾਲ 5 ਨੂੰ ਭਾਗ ਕੀਤੀ ਗਈ ਤੇ k ਦਾ ਮੁੱਲ ਤੁਹਾਡੇ ਕੋਲ ਆ ਗਿਆ ਹੈ 2। ਤੇ ਇਹ ਤੁਹਾਡਾ ਆਨਸਰ ਹੋਵੇਗਾ। ਇਸ ਤਰ੍ਹਾਂ ਅਸੀਂ ਬੇਟਾ 17 MCQs ਕੀਤੇ ਨੇ ਸਿਰਫ ਸੈਕਿੰਡ ਚੈਪਟਰ ਦੇ। ਅਗਲੀ ਹੋਰ ਵੀਡੀਓਜ਼ ਦੇ ਵਿੱਚ ਫਿਰ ਹੋਰ ਬਣਾਵਾਂਗੇ ਕੁਐਸਚਨਸ, ਪਰ ਹਜੇ 17 ਕੁਐਸਚਨ ਨੂੰ ਤੁਸੀਂ ਚੰਗੀ ਤਰ੍ਹਾਂ ਧਿਆਨ ਨਾਲ ਦੇਖਣਾ ਹੈ, ਸਮਝਣਾ ਹੈ ਪੂਰੀ ਵੀਡੀਓ ਨੂੰ ਸੁਣ ਕੇ, ਉਸ ਤੋਂ ਬਾਅਦ ਸਵਾਲਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨੀ ਹੈ। ਜੇਕਰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਜ਼ਰੂਰ ਉਸਨੂੰ ਲਾਈਕ ਕਰਿਓ ਬੇਟਾ, ਕਮੈਂਟ ਵੀ ਕਰਿਓ ਤੇ ਮੇਰੇ ਚੈਨਲ ਨੂੰ ਜੇ ਹਜੇ ਤੱਕ ਸਬਸਕ੍ਰਾਈਬ ਨਾ ਕੀਤਾ ਹੋਵੇ ਤਾਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੇਰੀ ਆਉਣ ਵਾਲੀ ਵੀਡੀਓਜ਼ ਬਾਰੇ ਤੁਹਾਨੂੰ ਪਤਾ ਲੱਗ ਸਕੇ।